खुदावंद यीशु मसीह ਦਾ बहुत बहुत ਧੰਨਵਾਦ ਹੋਵੇ। ਅਜ਼ੀਜ਼ੋ, ਅੱਜ 28 ਅਕਤੂਬਰ 2020 ਦੇ ਲਈ ਪ੍ਰਭੂ ਦਾ ਬੜਾ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਔਰ ਤੁਹਾਨੂੰ ਸਭਨਾਂ ਨੂੰ ਇਸ ਧਰਤੀ ਦੇ ਉੱਤੇ ਅੱਜ ਤੱਕ ਜਿਉਂਦੇ ਰੱਖਿਆ ਹੋਇਆ ਹੈ। ਇਹਦੇ ਲਈ ਪ੍ਰਭੂ ਦਾ ਬਹੁਤ ਧੰਨਵਾਦ ਹੋਵੇ। ਕੱਲ੍ਹ ਦਾ ਲਾਈਵ ਅਸੀਂ ਇਸ ਕਰਕੇ ਨਹੀਂ ਕਰ ਸਕੇ ਕਿਉਂਕਿ ਰਾਤ ਚਮਿਆਰੀ ਦੇ ਅੰਦਰ ਪਾਸਟਰ ਜੋਨਸ ਦੀ ਬੰਦਗੀ ਦੇ ਵਿੱਚ ਲਾਈਵ ਹੋ ਚੁੱਕਿਆ ਸੀ ਔਰ ਉਹ ਨਵੀਂ ਧਰਤੀ ਔਰ ਨਵੇਂ ਆਕਾਸ਼ ਦਾ ਦੂਸਰਾ ਭਾਗ ਸੀ। ਅੱਜ ਦਾ ਟੌਪਿਕ ਹੈ ਪਿੱਤਲ ਦਾ ਸੱਪ। ਤੋ ਪਿੱਤਲ ਦਾ ਸੱਪ, ਜਿਹਨੂੰ ਅਸੀਂ ਗਿਣਤੀ 21 ਦੇ 5 ਤੋਂ ਪੜ੍ਹਨਾ ਸ਼ੁਰੂ ਕਰਾਂਗੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ ਔਰ ਇਹ ਐਸੇ ਟੌਪਿਕ ਨੇ ਜਿਹੜੇ ਪੁਰਾਣੇ ਨੇਮ ਚੋਂ ਨਵੇਂ ਨੇਮ ਦੇ ਅੰਦਰ ਜਾ ਕੇ ਖੁੱਲ੍ਹ ਜਾਂਦੇ ਨੇ, ਜਾਂ ਨਵਾਂ ਨੇਮ ਇਹਨਾਂ ਚੀਜ਼ਾਂ ਨੂੰ ਖੋਲ੍ਹ ਦਿੰਦਾ ਹੈ। ਇਸ ਕਰਕੇ ਇਹ ਬੜੇ ਜ਼ਰੂਰੀ ਨੇ। ਤੋ ਲਿਖਤ ਕਹਿੰਦੀ ਹੈ, ਸੋ ਪਰਜਾ ਯਹੋਵਾ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਬੋਲੀ, ਭਾਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਰ ਲਿਆਏ ਹੋ, ਤਾਂ ਜੋ ਅਸੀਂ ਉਜਾੜ ਵਿੱਚ ਮਰੀਏ। ਇੱਥੇ ਨਾ ਰੋਟੀ ਹੈ ਨਾ ਪਾਣੀ ਹੈ, ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ। ਮੇਰੇ ਭਾਈ ਭੈਣੋ, ਅਸਲ 'ਚ ਖੁਦਾ ਉਹਨਾਂ ਨੂੰ ਸਵਰਗ ਤੋਂ ਰੋਟੀ ਦਿੰਦਾ ਸੀ ਔਰ ਉਹ ਮੰਨਾ ਸਵਰਗ ਤੋਂ ਉਹਨਾਂ ਦੇ ਕੋਲ ਹਰ ਸਵੇਰ ਨੂੰ ਉਹ ਇਕੱਠਾ ਕਰਦੇ ਸਨ ਔਰ ਉਹ ਸਾਰਾ ਇਸਰਾਏਲ ਉਸ ਨੂੰ ਖਾਂਦਾ ਸੀ। ਪਰ ਗੁੱਸੇ ਦੇ ਵਿੱਚ ਆ ਕੇ ਇਸਰਾਏਲ ਨੇ ਖੁਦਾ ਦੇ ਵਿਰੋਧ ਵਿੱਚ ਅਤੇ ਮੂਸਾ ਦੇ ਵਿਰੋਧ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਤੋ ਖੁਦਾ ਦਾ ਵਿਰੋਧ, ਸਾਡੇ ਯਹੋਵਾ ਦਾ ਵਿਰੋਧ ਕੋਈ ਵੀ ਕਰਦਾ ਹੈ, ਉਹਦੇ ਲਈ ਬਹੁਤ ਔਖੀ ਗੱਲ ਹੋ ਜਾਂਦੀ ਹੈ। ਫਿਰ ਅਸੀਂ ਵੇਖਦੇ ਹਾਂ ਕਿ ਉਹਦਾ ਦਾਸ ਮੂਸਾ, ਜਿਸ ਨੂੰ ਉਸ ਨੇ ਮਸਾ ਕਰਕੇ ਮਿਸਰ ਵਿੱਚ ਭੇਜਿਆ ਔਰ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢਿਆ। ਹੁਣ ਅਸੀਂ ਪੜ੍ਹਦੇ ਹਾਂ ਕਿ ਉਹ ਯਹੋਵਾ ਔਰ ਮੂਸਾ ਦੇ ਵਿਰੋਧ ਵਿੱਚ ਖੜੇ ਹੋ ਗਏ ਨੇ ਔਰ ਜਿਹੜੀ ਖੁਰਾਕ ਉੱਪਰੋਂ ਆਉਂਦੀ ਹੈ, ਰੋਟੀ ਉੱਪਰੋਂ ਆਉਂਦੀ ਹੈ, ਉਸ ਨੂੰ ਉਹ ਨਿਕੰਮੀ ਕਹਿ ਰਹੇ ਨੇ ਔਰ ਇਹ ਵੀ ਕਹਿ ਰਹੇ ਨੇ ਵੀ ਨਾ ਇੱਥੇ ਰੋਟੀ ਹੈ ਤੇ ਨਾ ਪਾਣੀ ਹੈ। ਜਾਣੇ ਕਿ ਉਹਨਾਂ ਦਾ ਮੇਨ ਮਕਸਦ ਸੀ ਵੀ ਰੋਟੀ, ਜਿਹੜੀ ਕਣਕ ਦੀ ਰੋਟੀ ਹੈ, ਉਹ ਇੱਥੇ ਹੈ ਨਹੀਂ। ਸੋ 6ਵੀਂ ਆਇਤ ਕਹਿੰਦੀ ਹੈ, ਤਾਂ ਯਹੋਵਾ ਨੇ ਪਰਜਾ ਵਿੱਚ ਅਗਨੀ ਸੱਪ ਘੱਲੀ। ਤਾਂ ਯਹੋਵਾ ਨੇ ਪਰਜਾ ਵਿੱਚ ਅਗਨੀ ਸੱਪ ਘੱਲੀ ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ। ਤਾਂ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ। ਫਿਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸਾਂ ਪਾਪ ਕੀਤਾ ਜੋ ਅਸੀਂ ਤੇਰੇ ਵਿਰੁੱਧ
ਅਤੇ ਯਹੋਵਾ ਦੇ ਵਿਰੁੱਧ ਬੋਲੇ ਹਾਂ। ਹੁਣ ਯਹੋਵਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ। ਸੋ ਮੂਸਾ ਨੇ ਪ੍ਰਜਾ ਲਈ ਬੇਨਤੀ ਕੀਤੀ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹਨੂੰ ਇੱਕ ਸੋਟੇ ਉੱਤੇ ਰੱਖ ਦੇ, ਤਾਂ ਇਉਂ ਹੋਵੇਗਾ ਕਿ ਜਿਹੜਾ ਡਸਿਆ ਜਾਵੇ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਡੰਡੇ ਉੱਤੇ ਰੱਖਿਆ। ਤਾਂ ਇਉਂ ਹੋਇਆ, ਜਦ ਸੱਪ ਕਿਸੇ ਮਨੁੱਖ ਨੂੰ ਡਸਦਾ ਸੀ ਤਾਂ ਉਹ ਪਿੱਤਲ ਦੇ ਸੱਪ ਵੱਲ ਨਿਗਾਹ ਕਰਕੇ ਜਿਉਂਦਾ ਰਹਿੰਦਾ ਸੀ, ਮਰਦਾ ਨਹੀਂ ਸੀ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਸਾਡਾ ਯਹੋਵਾ ਪਰਮੇਸ਼ਵਰ ਸਾਡੇ ਲਈ ਭਲਾ ਕਰਦਾ ਹੈ, ਪਰ ਮਨੁੱਖ ਉਹਦੇ ਨਾਲ ਗੁੱਸੇ ਹੋ ਜਾਂਦੇ ਹਨ। ਅੱਜ ਵੀ ਅਸੀਂ ਵੇਖਦੇ ਹਾਂ ਕਿ ਅੱਜ ਵੀ ਲੋਕ ਗੁੱਸੇ ਹੁੰਦੇ ਨੇ। ਉਹ ਕਹਿੰਦੇ ਨੇ ਸਾਨੂੰ ਪਰਮੇਸ਼ਵਰ ਦੀ ਲੋੜ ਨਹੀਂ ਹੈ, ਜਦ ਕਿ ਹਰ ਵਕਤ ਸਾਨੂੰ ਆਪਣੇ ਯਹੋਵਾ ਪਰਮੇਸ਼ਵਰ ਦੀ ਬਹੁਤ ਹੀ ਵੱਡੀ ਜ਼ਰੂਰਤ ਰਹਿੰਦੀ ਹੈ। ਔਰ ਜੇ ਉਹਦੇ ਕੰਮ ਸਾਡੇ ਜੀਵਨਾਂ ਦੇ ਅੰਦਰ ਪ੍ਰਗਟ ਨਹੀਂ ਹਨ ਤਾਂ ਅਸੀਂ ਜੀ ਨਹੀਂ ਸਕਦੇ। ਰਾਤ ਪੈਂਦੀ ਅਸੀਂ ਆਰਾਮ ਨਹੀਂ ਕਰ ਸਕਦੇ ਰਾਤ ਤੋਂ ਬਿਨਾਂ। ਸੂਰਜ ਚੜ੍ਹਦਾ ਹੈ, ਸੂਰਜ ਚੜ੍ਹਨ ਤੋਂ ਬਿਨਾਂ ਅਸੀਂ ਕੋਈ ਕੰਮ ਕਾਜ ਕਰ ਨਹੀਂ ਸਕਦੇ। ਔਰ ਇਹ ਬੜਾ ਜ਼ਰੂਰੀ ਹੈ ਕਿ ਖੁਦਾ ਸਾਡੇ ਲਈ ਆਪਣੇ ਕੰਮਾਂ ਨੂੰ ਕਰਦਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਬਹੁਤ ਦੇਰ ਚਲਦਿਆਂ ਉਹਨਾਂ ਨੇ ਹੈਕਲ ਦੇ ਵਿੱਚ ਵੀ ਪਿੱਤਲ ਦਾ ਸੱਪ ਬਣਾ ਕੇ ਰੱਖ ਦਿੱਤਾ ਹੋਇਆ ਸੀ। ਔਰ ਲੋਕਾਂ ਦੇ ਅੰਦਰ ਇਹ ਰੀਤ ਬਣ ਗਈ ਸੀ, ਉਹ ਸੱਪ ਦੇ ਪਿੱਤਲ ਦੇ ਸੱਪ ਦੇ ਅੱਗੇ ਧੂਫ ਦਿਖਾਉਂਦੇ ਸਨ। ਔਰ ਜਦੋਂ ਅਸੀਂ ਦੂਸਰਾ ਰਾਜਾ ਉਸ ਦਾ 18 ਅਧਿਆਏ ਪੜ੍ਹਦੇ ਹਾਂ ਤੇ ਯਹੂਦਾ ਦੇ ਅੰਦਰ ਇੱਕ ਰਾਜਾ ਹੋਇਆ ਹੈ, ਆਹਾਜ਼। ਰਾਜਾ ਆਹਾਜ਼ ਦਾ ਪੁੱਤਰ ਹਿਜ਼ਕੀਆ। ਹਿਜ਼ਕੀਆ ਬਹੁਤ ਅੱਛਾ ਰਾਜਾ ਹੋਇਆ ਔਰ ਯਹੂਦਾ ਦੇ ਅੰਦਰ ਨਾ ਹਿਜ਼ਕੀਆ ਵਰਗੇ ਰਾਜੇ ਤੋਂ ਕੋਈ ਰਾਜਾ ਮਗਰੋਂ ਹੋਇਆ। ਹਿਜ਼ਕੀਆ ਆਪਣੇ ਪਰਮੇਸ਼ਵਰ ਦੇ ਲਈ ਬਹੁਤ ਆਗਿਆਕਾਰ ਰਿਹਾ। ਆਪਣੇ ਮਰਨ ਤੱਕ ਬਹੁਤ ਹੀ ਆਗਿਆਕਾਰ ਰਿਹਾ। ਇਹ 25 ਸਾਲ ਦਾ ਸੀ ਜਦੋਂ ਇਸ ਨੇ ਰਾਜ ਸ਼ੁਰੂ ਕੀਤਾ, ਰਾਜਾ ਬਣਿਆ। ਔਰ ਇਸਰਾਏਲ ਦੇ ਉੱਤੇ ਇਸ ਨੇ 29 ਸਾਲ ਰਾਜ ਕੀਤਾ। ਤੋ ਮੇਰੇ ਅਜ਼ੀਜ਼ੋ, ਖੁਦਾ ਦੇ ਅੱਗੇ ਇਹ ਬੜਾ ਭਰੋਸੇਯੋਗ ਬਾਦਸ਼ਾਹ ਸੀ। ਇਹ ਸਾਰਾ ਇਹਦਾ ਵਿਸ਼ਵਾਸ ਸੀ। ਇਸ ਕਰਕੇ ਉਹ ਮੈਂ ਦੂਸਰਾ ਰਾਜਾ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਦੂਸਰਾ ਰਾਜਾ। ਔਰ ਹਿਜ਼ਕੀਆ ਪਾਤਸ਼ਾਹ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹਾਂ। ਇੱਕ ਵਧੀਆ ਰਾਜਾ ਜਿਸ ਨੇ ਆਪਣੀ ਜ਼ਿੰਦਗੀ ਦੇ ਅੰਦਰ ਖੁਦਾ ਨੂੰ ਬਹੁਤ। ਔਰ ਲਿਖਤ ਕਹਿੰਦੀ ਹੈ ਕਿ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਹੋਵੇ। 18 ਦੀ 4 ਆਇਤ ਪੜ੍ਹਨ ਲੱਗਿਆ ਹਾਂ। 30 ਬਹੁਤ ਵਧੀਆ ਰਹੇਗਾ। ਅਤੇ ਸਭ ਕੁਝ ਜੋ
ਉਹਦੇ ਪਿਓ ਦਾਊਦ ਨੇ ਕੀਤਾ ਸੀ, ਉਸਨੇ ਉਸੇ ਤਰ੍ਹਾਂ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। ਉਸਨੇ ਉੱਚੀਆਂ ਥਾਵਾਂ ਨੂੰ ਢਾਹ ਦਿੱਤਾ ਔਰ ਥੰਮਾਂ ਦੇ ਟੋਟੇ ਟੁਕੜੇ ਕਰ ਦਿੱਤੇ ਔਰ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ ਚੂਰ ਕਰ ਦਿੱਤਾ, ਕਿਉਂ ਜੋ ਉਹਨਾਂ ਦਿਨਾਂ ਤਾਈਂ ਇਸਰਾਏਲ ਉਹਦੇ ਅੱਗੇ ਧੂਫ ਦਿਖਾਉਂਦੇ ਸਨ। ਸੋ ਉਸਨੇ ਉਹਦਾ ਨੌ ਸ਼ੈਤਾਨ ਰੱਖਿਆ। ਔਰ ਅਸੀਂ ਦੇਖਦੇ ਹਾਂ ਮੂਸਾ ਦੇ ਇਸ ਬਣਾਏ ਪਿੱਤਲ ਦੇ ਸੱਪ ਨੂੰ, ਕਿਉਂਕਿ ਹੁਣ ਬਾਵਾ ਤੇ ਉਹਨਾਂ ਤੋਂ ਚਲੇ ਗਏ ਸੀ, ਪਰ ਉਹ ਇੱਕ ਤਰ੍ਹਾਂ ਦੀ ਮੂਰਤੀ ਪੂਜਾ ਸਮਝ ਵਿੱਚ ਆ ਗਈ ਔਰ ਬਾਕੀ ਦੇ ਰਾਜਾ ਨੇ ਉਹਨੂੰ ਨਹੀਂ ਛੇੜਿਆ, ਪਰ ਹਿਜ਼ਕੀਆ ਜਿਹਦਾ ਭਰੋਸਾ ਯਹੋਵਾ ਤੇ ਸੀ, ਉਸਨੇ ਇਸ ਸੱਪ ਨੂੰ ਲਿਆ ਔਰ ਹੋਰ ਚੀਜ਼ਾਂ ਜਿਹੜੀਆਂ ਸਨ, ਟੁੰਡ ਜਿਹੜੇ ਸਨ ਉਹ ਭੰਨ ਦਿੱਤੇ ਔਰ ਸੱਪ ਜਿਹੜਾ ਸੀ ਪਿੱਤਲ ਦਾ ਉਹਨੂੰ ਚਕਨਾ ਚੂਰ ਕਰ ਦਿੱਤਾ ਔਰ ਉਸ ਦਾ ਨਾਮ ਨੌ ਸ਼ੈਤਾਨ ਰੱਖਿਆ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਅਸੀਂ ਵੇਖਦੇ ਹਾਂ ਕਿ ਇਸ ਪੁਰਾਣੇ ਨੇਮ ਦੇ ਅੰਦਰ ਇਸ ਸੱਪ ਨੂੰ ਜਿਹੜਾ ਲੋਕਾਂ ਨੂੰ ਡਸਦਾ ਸੀ, ਜਿਹੜੇ ਸੱਪ ਲੋਕਾਂ ਨੂੰ ਡਸਦੇ ਸਨ, ਇਸਰਾਏਲ ਦੇ ਲੋਕਾਂ ਨੂੰ, ਉਹਨਾਂ ਦੇ ਡਸਣ ਦੇ ਨਾਲ ਸਰੀਰ ਵਿੱਚ ਬੜੀ ਜਲਨ ਹੁੰਦੀ ਸੀ, ਜਿਸ ਤਰ੍ਹਾਂ ਅੱਗ ਲੱਗ ਗਈ ਹੈ ਔਰ ਲੋਕ ਬੜੀ ਜਲਦੀ ਮਰ ਜਾਂਦੇ ਸਨ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਜਦੋਂ ਉਹ ਸੱਪ ਇਸਰਾਏਲ ਨੂੰ ਡਸ ਰਹੇ ਸਨ ਤੇ ਉਹਨਾਂ ਨੇ ਦੁਆਈ ਦਿੱਤੀ ਵੀ ਇਹ ਸੱਪ ਸਾਡੇ ਤੋਂ ਮੋੜ ਲੈ ਜਾਓ। ਅਗਨੀ ਸੱਪ, ਇਹ ਨਹੀਂ ਵੀ ਅੱਗ ਦੇ ਸੱਪ ਸੀ, ਪਰ ਉਹਨਾਂ ਦੇ ਜਲਨ ਤੋਂ ਬਹੁਤ ਜਲਦੀ ਆਦਮੀ ਖਤਮ ਹੋ ਜਾਂਦਾ ਸੀ। ਡੰਗ ਮਾਰਦੇ ਸਨ, ਆਦਮੀ ਜਲਦਾ ਸੀ, ਦਵਾਈ ਦਿੰਦਾ ਸੀ ਔਰ ਅਸੀਂ ਇਸ ਨੂੰ ਅੱਗੇ ਜਾ ਕੇ ਵੇਖਦੇ ਹਾਂ, ਇਸ ਨੂੰ ਯਿਸੂ ਮਸੀਹ ਨੇ ਬਿਆਨ ਕੀਤਾ ਹੈ। ਇਸੇ ਸੱਪ ਦਾ ਹਵਾਲਾ ਸਾਡੇ ਖੁਦਾਵੰਦ ਯਿਸੂ ਮਸੀਹ ਨੇ ਯਹੋਨਾ 3 ਦੇ ਅੰਦਰ ਦਿੱਤਾ ਹੈ ਔਰ ਜਦੋਂ ਇਹਦਾ ਹਵਾਲਾ ਯਹੋਨਾ 3 ਦੇ ਅੰਦਰ ਦਿੱਤਾ ਗਿਆ ਔਰ ਉਸ ਵੇਲੇ ਯਿਸੂ ਮਸੀਹ ਨੇ ਉਸ ਸਲੀਬ ਦਾ ਬਿਆਨ ਕੀਤਾ, ਜਾਣੇ ਕਿ ਆਪਣੇ ਆਪ ਨੂੰ ਉੱਚੇ ਕੀਤੇ ਜਾਣ ਦਾ ਬਿਆਨ ਉਸਨੇ ਦਿੱਤਾ ਔਰ ਕਿ ਕਿਸ ਤਰ੍ਹਾਂ ਇੱਕ ਪਾਪੀ ਮਨੁੱਖ ਜਿਹੜਾ ਪਰਮੇਸ਼ਰ ਨੂੰ ਨਹੀਂ ਜਾਣਦਾ, ਉਹਦੇ ਵਿਰੋਧ ਵਿੱਚ ਖੜਾ ਹੁੰਦਾ ਹੈ, ਉਹ ਕਿਸ ਤਰ੍ਹਾਂ ਮਾਫ ਕਰ ਦਿੱਤਾ ਜਾਵੇਗਾ ਜੇ ਉਹ ਪ੍ਰਭੂ ਦੇ ਉੱਤੇ ਵਿਸ਼ਵਾਸ ਕਰੇਗਾ। ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ ਔਰ ਇਹਨਾਂ ਲਿਖਤਾਂ ਦੇ ਦੁਆਰਾ ਪ੍ਰਭੂ ਤੁਹਾਡੇ ਜੀਵਨ ਤੇ ਬਹੁਤ ਵੱਡੀ ਕਿਰਪਾ ਕਰੇ। ਅਜੀ ਜੋ ਆਓ ਅਸੀਂ ਯਹੋਨਾ ਦੀ ਅੰਜੀਲ ਨੂੰ ਪੜ੍ਹਦੇ ਹਾਂ ਔਰ ਇਹ ਯਹੋਨਾ 3 ਅਧਿਆਇ ਹੈ। ਇੱਕ ਅਧਿਆਇ ਦੇ ਅੰਦਰ ਕਿੰਨੇ ਸੰਦੇਸ਼ ਛਿਪੇ ਰਹਿੰਦੇ ਨੇ ਔਰ ਜਦੋਂ ਅਸੀਂ ਉਹਨਾਂ ਨੂੰ ਵੇਖਦੇ ਹਾਂ ਤੇ ਕਿੰਨਾ ਆਨੰਦ ਆਉਂਦਾ ਹੈ। ਮੈਂ ਤੁਹਾਡੇ ਸਾਹਮਣੇ ਯਹੋਨਾ 3 ਅਧਿਆਇ ਕੱਢ ਚੁੱਕਿਆ ਹਾਂ ਔਰ ਲਿਖਤ ਕਹਿੰਦੀ ਹੈ
यीशु मसीह ने कहा, मैं तुहानू सच सच आखदा हाँ कि जिहड़ी गल असी जानते हाँ सोई कहते हाँ, अते जो असी वेख्या उसे दी साखी देंदे हाँ, और तुसी साडी साखी नहीं मानते। जद मैं तुहानू संसारी गल्लां दसियां अते तुसां प्रतीत ना कीती, फिर जे मैं तुहानू स्वर्गी गल्लां दसां तां तुसी किकर प्रतीत करोगे। और लिखत कहती है, 13 आयत छड्ड रिहा हाँ, लिखत कहती है, जिस तरह मूसा ने उजाड़ विच सप नूं उच्चा कीता, इसे तरह जरूर है जो मनुख दा पुत्र उच्चा कीता जावे। जरूर है जो मनुख दा पुत्र उच्चा कीता जावे। खुदावन बहुत वड्डी किरपा दवे, खुदावन बहुत वड्डी किरपा दवे। तो असी वेखदे हां कि किस तरह खुदा अपने लोगों की मदद करता है। और लिखत 14 नूं मैं पढ़ना चाहता हाँ, जिस तरह मूसा ने उजाड़ विच सप नूं उच्चा कीता, इसे तरह जरूर है जो मनुख दा पुत्र उच्चा कीता जावे। भाई जो कोई निश्चय करे सो उस विच सदीपक जीवन प्राप्त करे, क्योंकि परमेश्वर ने उस विच जीवन प्राप्त करे जिहड़ा उहदे उत्ते निश्चय करे। तो हुण असी वेखते हाँ वो सप वाली कहानी ते मुक गई, और यीशु मसीह ने उहदा हवाला दे के कहा, जिस तरह उजाड़ विच सप नूं उच्चा कीता गया, इसे तरह मनुख भी उच्चा, इसे तरह मनुख दा पुत्र उच्चा कीता जावेगा। तो मनुख दा पुत्र कौन है? वो साडा खुदाबंद यीशु मसीह है। मेरे अजीजो, हुण मैं 13वीं आयत तुहाडे सामने लैके आ रहा हाँ। लिखिया, स्वर्ग नूं कोई नहीं चढ़िया, पर वो जिहड़ा स्वर्ग तो उतरिया, अर्थात मनुख दा पुत्र। और ये 2 बारी 13 आयत विच भी उसने मनुख दा पुत्र क्या है, और 14 आयत विच भी उसने मनुख दा पुत्र अपने आप नूं कहा है। मनुख दा पुत्र कहण दा भाव मनुखी शरीर विच आउणा, भावें वो किसी मनुख तो नहीं, पर वो मनुखी शरीर दे विच आया। लहू अते मास वाले शरीर विच वो आया। वेखते हाँ कि उसनूं आउण दिता गया, क्योंकि 16वीं आयत कहती है, क्योंकि परमेश्वर ने जगत नूं अजिहा प्यार कीता जो उन्हें अपना इकलौता पुत्र जगत ले दिता, तां जो हरेक जो उस उत्ते निश्चय करे नाश ना होवे, पर सदीपक जीवन पावे। वो प्रभु तुहानू बहुत वड्डी बरकत देवे। जे भाई भैनों कोई नाश होने तो बचना चाहता है, जे कोई उस अग विच जान तो बचना चाहता है, ते परमेश्वर ने एक इंतजाम किया होया है कि वो आप आ गया है। उन्हें इंतजाम किया है, क्योंकि परमेश्वर ने जगत नूं अजिहा प्यार किया।
ਅਜਿਹਾ ਪਿਆਰ ਕੀਤਾ ਜੋ ਉਸਨੇ ਆਪਣਾ ਇਕਲੌਤਾ ਪੁੱਤਰ ਜਗਤ ਲਈ ਦੇ ਦਿੱਤਾ, ਤਾਂ ਜੋ ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ, ਸਗੋਂ ਸਦੀਪਕ ਜੀਵਨ ਪਾਵੇ। ਪ੍ਰਭੂ ਕਿਰਪਾ ਦੇਵੇ। ਯਿਸੂ ਮਸੀਹ ਨੂੰ ਕਿਸ ਤਰ੍ਹਾਂ ਉੱਚਾ ਕੀਤਾ ਗਿਆ, ਜਿਹਦੇ ਬਾਰੇ ਯਿਸੂ ਮਸੀਹ ਨੇ ਆਪ ਯਹੋਨਾ 3:14 ਵਿੱਚ ਕਿਹਾ, ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ, ਇਸੇ ਤਰ੍ਹਾਂ ਮਨੁੱਖ ਇਸੇ ਤਰ੍ਹਾਂ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇ। ਤੋ ਅਸੀਂ ਵੇਖਦੇ ਹਾਂ ਇਹ ਮੌਤ ਹੈ, ਜਾਣੇ ਕਿ ਸਲੀਬ ਦੀ ਮੌਤ ਹੈ। ਔਰ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਚਾੜ ਦਿੱਤਾ ਗਿਆ ਔਰ ਉਸ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਗਿਆ, ਉਹ ਲਹੂ ਜੋ ਯਿਸੂ ਮਸੀਹ ਦੇ ਸਰੀਰ ਵਿੱਚੋਂ ਡੁੱਲਿਆ, ਉਹ ਲਹੂ ਸਾਡੇ ਪਾਪਾਂ ਦੀ ਮਾਫੀ ਵਾਸਤੇ ਡੁੱਲਿਆ। ਕਿਉਂਕਿ ਪੌਲਸ ਰੋਮੀਆਂ ਵਿੱਚ ਕਹਿੰਦਾ ਹੈ, ਪਾਪ ਦੀ ਮਜ਼ਦੂਰੀ ਮੌਤ ਹੈ। ਔਰ ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉਹ ਉਜਾੜ ਵਿੱਚ ਇਸਰਾਏਲੀ ਕਹਿ ਰਹੇ ਸਨ, ਅਸਾਂ ਪਾਪ ਕੀਤਾ ਜੋ ਤੇਰੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਗੱਲਾਂ ਕੀਤੀ। ਉਹ ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਲਿਖਿਆ ਹੈ, ਹਰੇਕ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਅੱਜ ਜੇ ਹਰ ਕੋਈ ਵਿਸ਼ਵਾਸ ਕਰੇਗਾ ਕਿ ਇਹਨਾਂ ਲਿਖਤਾਂ ਦੇ ਦੁਆਰਾ ਉਹ ਬਚਾਇਆ ਜਾਵੇਗਾ। ਔਰ 17 ਯਹੋਨਾ 3:17 ਕਹਿੰਦੀ ਹੈ, ਪਰਮੇਸ਼ਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ, ਸਗੋਂ ਇਸ ਲਈ ਘੱਲਿਆ ਜੋ ਜਗਤ ਉਹਦੇ ਰਾਹੀਂ ਬਚਾਇਆ ਜਾਵੇ। ਜੇ ਸਾਡਾ ਬਚਾਓ ਕਿਤੇ ਹੈਗਾ ਤੇ ਉਹ ਯਿਸੂ ਮਸੀਹ ਦੇ ਬਹਾਏ ਹੋਏ ਲਹੂ ਤੋਂ ਹੈ। ਜਦੋਂ ਅਸੀਂ ਉਹਦੇ ਉੱਤੇ ਵਿਸ਼ਵਾਸ ਕਰਾਂਗੇ ਤੇ ਅਸੀਂ ਬਚ ਜਾਵਾਂਗੇ। ਔਰ ਜੇ ਅਸੀਂ ਵਿਸ਼ਵਾਸ ਨਹੀਂ ਕਰਦੇ ਤੇ ਜਿਸ ਤਰ੍ਹਾਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਗਏ, ਇਸੇ ਤਰ੍ਹਾਂ ਅੱਜ ਦੁਨੀਆ ਦੇ ਲੋਕ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਮਰ ਜਾਣਗੇ ਜਦੋਂ ਉਹ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਲਾਸਟ ਆਇਤ ਦੇ ਰਿਹਾ ਹਾਂ ਔਰ ਲਿਖਤ ਕਹਿੰਦੀ ਹੈ, ਜਿਹੜਾ ਉਸ ਉੱਤੇ ਨਿਸ਼ਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ, ਪਰ ਉਹ ਜਿਹੜਾ ਨਿਸ਼ਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ ਹੈ, ਕਿਉਂਕਿ ਉਸ ਨੇ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਨਿਸ਼ਚਾ ਨਹੀਂ ਕੀਤੀ। ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਆਓ ਅਸੀਂ ਦੁਆ ਕਰਾਂਗੇ। ਅੱਜ ਦਾ ਟੌਪਿਕ ਸੀ ਪਿੱਤਲ ਦਾ ਸੱਪ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਦੁਆ ਕਰਾਂਗੇ। ਸਾਡੇ ਪਿਆਰੇ ਪ੍ਰਭੂ ਯਿਸੂ ਮਸੀਹ, ਅੱਜ 28 ਅਕਤੂਬਰ 2020 ਦੇ ਲਈ ਬੜੇ ਸ਼ੁਕਰਗੁਜ਼ਾਰ ਹਾਂ। ਖੁਦਾਵੰਦ ਖੁਦਾ ਸੁਬਹ ਤੇਰੀ ਕਿਰਪਾ ਦੇ ਨਾਲ ਉੱਠੇ ਔਰ ਤੇਰੇ ਪਵਿੱਤਰ ਵਚਨ ਨੂੰ ਲਿਆ ਔਰ ਉਸ ਨੂੰ ਪੜ੍ਹਿਆ ਗਿਆ ਔਰ ਉਸ ਦੀ ਲਿਖਤਾਂ ਪੜ੍ਹੀਆਂ ਗਈਆਂ। ਪ੍ਰਭੂ ਸਾਡੇ ਦਿਲਾਂ, ਸਾਡੇ ਜੀਵਨਾਂ ਨੂੰ, ਸਾਡੇ ਭਰਾਵਾਂ ਭੈਣਾਂ ਨੂੰ, ਸਾਡੇ ਬਜ਼ੁਰਗਾਂ ਬੱਚਿਆਂ ਨੂੰ ਪ੍ਰਭੂ ਕਿਰਪਾ ਦੇ। ਤੇਰਾ ਸ਼ੁਕਰ ਹੋਵੇ, ਧੰਨਵਾਦ ਹੋਵੇ। ਪ੍ਰਭੂ ਪ੍ਰਾਰਥਨਾ ਹੈ ਤੂੰ ਬੇਹੱਦ ਮਦਦ ਕਰ।
ਆਪਣੇ ਬੱਚਿਆਂ ਨੂੰ ਬਰਕਤ ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ ਆਮੀਨ।